Good morning, students. You can see that assignment is about the pair of words generally confused. ਮਤਲਬ ਉਹ ਸ਼ਬਦਾਂ ਦਾ ਪੇਅਰ ਜੋੜੇ ਜਿਹੜੇ ਤੁਹਾਨੂੰ ਆਮ ਤੌਰ ਤੇ ਕਨਫਿਊਜ਼ ਕਰ ਦਿੰਦੇ ਨੇ। ਉਹ ਕਿਉਂ ਕਨਫਿਊਜ਼ ਕਰਦੇ ਨੇ? ਬਿਕਾਜ਼ देयर ਸਾਊਂਡ ਅਪੀਅਰਸ ਸਿਮਿਲਰ, ਇੱਕੋ ਜਿਹੀ ਲੱਗਦੀ ਉਹਨਾਂ ਦੀ ਸਾਊਂਡ। ਚਲੋ ਦੇਖੀਏ ਕਿਸ ਤਰ੍ਹਾਂ ਦੇ ਨੇ। ਦ ਫੋਲੋਇੰਗ ਪੇਅਰਸ ਆਫ ਵਰਡਸ ਆਫਨ ਕ੍ਰੀਏਟ ਕਨਫਿਊਜ਼ਨ ਇਨ ਦ ਮਾਈਂਡਸ। ਕਹਿੰਦੇ ਕਿ ਲਗਭਗ ਸਾਡੇ ਕਈ ਵਾਰੀ ਦਿਮਾਗ ਦੇ ਵਿੱਚ ਕਨਫਿਊਜ਼ਨ ਜੀ ਬਣ ਜਾਂਦੀ ਹੈ। ਕੁਝ ਪੇਅਰ ਹੁੰਦੇ ਨੇ ਵਰਡਸ ਇਸ ਤਰ੍ਹਾਂ ਦੇ। ਸੋ ਦੇਅਰ ਮੀਨਿੰਗਸ ਸ਼ੁੱਡ ਬੀ ਪ੍ਰੋਪਰਲੀ ਅੰਡਰਸਟੂਡ। ਸੋ ਇਸ ਕਰਕੇ ਉਹਨਾਂ ਦੇ ਮੀਨਿੰਗ ਸਾਨੂੰ ਚੰਗੀ ਤਰ੍ਹਾਂ ਪਤਾ ਹੋਣੇ ਚਾਹੀਦੇ ਨੇ, ਫਿਰ ਉਹ ਕਨਫਿਊਜ਼ਨ ਨਹੀਂ ਹੋਏਗੀ। ਫਸਟ ਵਰਡ ਇਜ਼ ਐਕਸੈਪਟ। ਇਹਨੂੰ ਧਿਆਨ ਨਾਲ ਸੁਣਨਾ ਤੁਸੀਂ ਪ੍ਰੋਨੰਸੀਏਸ਼ਨ ਨੂੰ। ਪਹਿਲਾਂ ਲਿਖਿਆ ਏ ਤੋਂ ਐਕਸੈਪਟ, ਈ ਤੋਂ ਹੈ ਐਕਸੈਪਟ। ਐਕਸੈਪਟ, ਐਕਸੈਪਟ। ਐਕਸੈਪਟ ਦਾ ਮਤਲਬ ਹੈ ਕੰਸੈਂਟ, स्वीकार करना, टू रिसीव या प्राप्त करना। शी एक्सेप्टेड माई ऑफर, उन्हें मेरा ऑफर स्वीकार कर लिया। एक्सेप्ट, एक्सक्लूडिंग, नू छड्ड के। ऑल एक्सेप्ट हर मदर जॉइन द पार्टी। ਉਹਦੇ ਮਦਰ ਨੂੰ ਛੱਡ ਕੇ ਬਾਕੀ ਸਭ ਨੇ ਪਾਰਟੀ ਨੂੰ ਜੁਆਇਨ ਕਰ ਲਿਆ। ਸੈਕਿੰਡ ਇਜ਼ ਆਲਟਰ, ਆਲਟਰ। ਹੁਣ ਇੱਥੇ ਕੋਈ ਫਰਕ ਨਹੀਂ ਹੈ, ਬਿਲਕੁਲ ਸੇਮ ਹੀ ਹੈ ਪ੍ਰੋਨੰਸੀਏਸ਼ਨ। ਫਸਟ ਵਾਲਾ ਆਲਟਰ ਦਾ ਮੀਨਿੰਗ ਹੈ ਬਦਲਣਾ, ਚੇਂਜ। ਡੂ ਨੋਟ ਆਲਟਰ ਯੂਰ ਡਿਸੀਜਨ ਨਾਓ, ਆਪਣੇ ਫੈਸਲੇ ਨੂੰ ਹੁਣ ਤੁਸੀਂ ਨਾ ਬਦਲੋ। ਦੂਸਰਾ ਆਲਟਰ ਹੈ ਪਲੇਸ ਆਫ ਵਰਸ਼ਿਪ, ਜਿੱਥੇ ਬੈਠ ਕੇ ਪੂਜਾ ਕੀਤੀ ਜਾਂਦੀ ਹੈ। ਟੇਕ ਆਫ ਯੋਰ ਸ਼ੂਜ਼ ਬਿਫੋਰ ਰੀਚਿੰਗ ਦ ਆਲਟਰ, ਆਲਟਰ ਤੱਕ ਪਹੁੰਚਣ ਤੋਂ ਪਹਿਲਾਂ ਆਪਣੇ ਸ਼ੂਜ਼ ਨੂੰ ਉਤਾਰ ਲਓ। ਨੰਬਰ 3 ਅਡੈਪਟ, ਅਡੋਪਟ, ਅਡੈਪਟ। ਤਿੰਨੋਂ ਥੋੜ੍ਹੇ ਥੋੜ੍ਹੇ ਜਿਹੇ ਫਰਕ ਹੈ ਇਹਨਾਂ 'ਚ। ਪਹਿਲਾ ਹੈਗਾ ਅਡੈਪਟ, ਟੂ ਫਿਟ, ਫਿਟ ਆ ਜਾਣਾ। ਵਨ ਸ਼ੁੱਡ ਅਡੈਪਟ ਵਨ ਸੈਲਫ ਟੂ ਨਿਊ ਸਰਕਮਸਟਾਂਸਿਸ, ਨਵੇਂ ਹਾਲਾਤ ਦੇ ਅਕੋਰਡਿੰਗ ਆਪਣੇ ਆਪ ਨੂੰ ਢਾਲਣਾ ਚਾਹੀਦਾ ਹੈ। ਅਡੋਪਟ, ਟੂ ਟੇਕ ਅਪ, ਲੈ ਲੈਣਾ। ਰਾਣੀ ਵਿਲ ਨਾਟ ਅਡੋਪਟ ਦਿਸ ਚਾਈਲਡ, ਰਾਣੀ ਇਸ ਬੱਚੇ ਨੂੰ ਗੋਦ ਨਹੀਂ ਲਏਗੀ। ਅਡੈਪਟ, ਐਕਸਪਰਟ, ਮਾਹਿਰ। ਹੀ ਇਜ਼ ਅਡੈਪਟ ਐਟ ਡਰਾਇੰਗ, ਉਹ ਡਰਾਇੰਗ ਦੇ ਵਿੱਚ ਮਾਹਿਰ ਹੈ। ਨੰਬਰ 4 ਐਕਸੈਸ ਅਤੇ ਐਕਸੈਸ। ਐਕਸੈਸ, ਐਕਸੈਸ। ਪਹਿਲੇ ਵਾਲਾ ਐਕਸੈਸ ਹੈ ਅਪਰੋਚ, ਪਹੁੰਚ। ਹੀ ਹੈਜ਼ ਐਨ ਈਜ਼ੀ ਐਕਸੈਸ ਟੂ ਦ ਮਿਨਿਸਟਰ, ਉਹਦੀ ਮੰਤਰੀ ਤੱਕ ਆਸਾਨੀ ਨਾਲ ਪਹੁੰਚ ਹੈ। ਐਕਸੈਸ, ਅਮਾਊਂਟ ਬਾਈ ਵਿਚ ਅ ਥਿੰਗ ਐਕਸੀਡਸ, ਮਤਲਬ ਕਿਸੇ ਚੀਜ਼ ਤੋਂ, ਮਿਕਦਾਰ ਤੋਂ ਵੱਧ ਹੋ ਜਾਣਾ ਕੁਝ। ਐਕਸੈਸ ਆਫ ਐਵਰੀਥਿੰਗ ਇਜ਼ ਬੈਡ, ਕਿਸੇ ਵੀ ਚੀਜ਼ ਦੀ ਜਿਹੜੀ ਲੋੜ ਤੋਂ ਵੱਧ ਹੈ ਉਹ ਨੁਕਸਾਨ ਹੀ ਕਰਦੀ ਹੈ, ਉਹ ਬੁਰਾ ਹੀ ਹੈ। ਨੰਬਰ 5 ਇਜ਼ ਐਡਵਾਈਜ਼ ਐਂਡ ਐਡਵਾਈਸ। ਇੱਕ ਨਾਲ ਜ਼ ਬੋਲ ਰਹੇ, ਇੱਕ ਨਾਲ ਸ ਬੋਲ ਰਹੇ। ਪਹਿਲੇ ਹੈ ਵਰਬ, ਉਹਦੇ ਨਾਲ ਆਪਾਂ ਐਡਵਾਈਜ਼ ਜ਼ ਦੇ ਨਾਲ ਬੋਲਦੇ ਹਾਂ। ਆਈ ਐਡਵਾਈਜ਼ਡ ਹਿਮ ਟੂ ਗੋ ਦੇਅਰ, ਮੈਂ ਉਸ ਨੂੰ ਉੱਥੇ ਜਾਣ ਦੀ ਸਲਾਹ ਦਿੱਤੀ। ਐਡਵਾਈਸ ਇੱਕ ਨਾਊਨ ਦੇ ਤੌਰ 'ਤੇ ਯੂਜ਼ ਹੁੰਦਾ ਹੈ। ਮਾਈ ਐਡਵਾਈਸ ਵਾਜ਼ ਐਕਸੈਪਟਡ ਬਾਈ ਹਿਮ, ਉਹਨੇ ਮੇਰੀ ਸਲਾਹ ਨੂੰ ਮੰਨ ਲਿਆ। ਨੰਬਰ 6 ਐਂਗਲ ਐਂਡ ਏਂਜਲ। ਥੋੜ੍ਹਾ ਜਿਹਾ ਫਰਕ ਹੈ ਸਪੈਲਿੰਗ ਦਾ ਅਤੇ ਬੋਲਣ ਦੇ ਵਿੱਚ ਵੀ ਫਰਕ ਹੈ। ਪਹਿਲਾ ਐਂਗਲ ਹੈ ਸਪੇਸ ਬਿਟਵੀਨ ਟੂ ਲਾਈਨਸ ਮੀਟਿੰਗ ਐਟ ਏ ਪੁਆਇੰਟ, ਦੋ ਲਾਈਨਾਂ ਜਦੋਂ ਆਪਸ ਵਿੱਚ ਮਿਲਦੀਆਂ ਨੇ ਉਹ ਜਿਹੜੀ ਸਪੇਸ ਬਣਦੀ ਹੈ ਉਹਨੂੰ ਆਪਾਂ ਐਂਗਲ ਕਹਿੰਦੇ ਹਾਂ। ਡਰਾ ਐਨ ਐਂਗਲ ਇਕੁਅਲ ਟੂ ਦ ਗਿਵਨ ਐਂਗਲ, ਜੋ ਦਿੱਤਾ ਗਿਆ ਐਂਗਲ ਹੈ ਉਹਦੇ ਬਰਾਬਰ ਇੱਕ ਐਂਗਲ ਨੂੰ ਡਰਾ ਕਰੋ। ਨੈਕਸਟ ਇਜ਼ ਏਂਜਲ, ਅ ਹੈਵਨਲੀ ਬੀਇੰਗ, ਜਿਹੜਾ ਕਿ ਕੋਈ ਅਲੌਕਿਕ ਸ਼ਕਤੀ ਹੈ। ਮਾਈ ਗੁੱਡ ਏਂਜਲ ਸੇਵਡ ਮੀ ਫਰੋਮ ਮਾਈ ਸਿਨ ਆਉਣਾ ਸੀ, ਇੱਥੇ ਮੀ ਨਹੀਂ ਸੀ ਆਉਣਾ, ਤੁਸੀਂ ਇਹਨੂੰ ਸਹੀ ਕਰ ਲੈਣਾ, ਇੱਥੇ ਮੀ ਦੀ ਬਜਾਏ ਮਾਈ ਆਉਣਾ ਚਾਹੀਦਾ ਹੈ। ਮੇਰੇ ਅੱਛੇ ਏਂਜਲ ਨੇ, ਫਰਿਸ਼ਤੇ ਨੇ ਮੈਨੂੰ ਪਾਪ ਤੋਂ ਬਚਾ ਲਿਆ। ਨੰਬਰ 7 ਇੰਸੀਡੈਂਟ, ਐਕਸੀਡੈਂਟ। ਇਹ ਟੋਟਲੀ ਡਿਫਰੈਂਟ ਨੇ। ਇੰਸੀਡੈਂਟ ਹੁੰਦੀ ਹੈ ਕੋਈ ਘਟਨਾ। ਹੀ ਰਿਲੇਟਿਡ ਐਂਡ ਅਮਿਊਜ਼ਿੰਗ ਇੰਸੀਡੈਂਟ, ਉਹਨੇ ਇੱਕ ਬੜਾ ਹੀ ਮਜ਼ੇਦਾਰ ਘਟਨਾ ਸੁਣਾਈ। ਐਕਸੀਡੈਂਟ ਹੁੰਦੀ ਹੈ ਅਨਐਕਸਪੈਕਟਿਡ ਹੈਪਨਿੰਗ, ਜਿਹਨੂੰ ਆਪਾਂ ਐਕਸਪੈਕਟ ਨਹੀਂ ਕਰ ਰਹੇ ਹੁੰਦੇ, ਆਸ ਨਹੀਂ ਕਰ ਰਹੇ ਹੁੰਦੇ, ਉਹ ਚੀਜ਼ ਹੋ ਜਾਣੀ, ਘਟਿਤ ਹੋ ਜਾਣੀ। ਆਮ ਤੌਰ 'ਤੇ ਬੁਰੀ ਘਟਨਾ ਨੂੰ ਹੀ ਆਪਾਂ ਬੋਲਦੇ ਹਾਂ ਐਕਸੀਡੈਂਟ। ਅ ਸੀਰੀਅਸ ਰੇਲਵੇ ਐਕਸੀਡੈਂਟ ਟੁਕ ਪਲੇਸ ਯੈਸਟਰਡੇ, ਕੱਲ੍ਹ ਇੱਕ ਬਹੁਤ ਹੀ ਬੁਰਾ ਰੇਲਵੇ ਐਕਸੀਡੈਂਟ ਹੋਇਆ। ਨੈਕਸਟ ਇਜ਼ ਨੰਬਰ 8 ਏਮੀਏਬਲ ਐਂਡ ਐਮੀਕੇਬਲ। ਏਮੀਏਬਲ ਮੀਨਸ ਲਵੇਬਲ, ਉਹ ਜਿਹੜਾ ਪਿਆਰ ਕਰਨ ਦੇ ਲਾਇਕ ਹੋਵੇ। ਐਮੀਕੇਬਲ ਹੁੰਦਾ ਸ਼ਾਂਤੀਪੂਰਨ ਤਰੀਕੇ ਦੇ ਨਾਲ, ਪੀਸਫੁਲ। ਹਰ ਮੈਨਰਸ ਆਰ ਏਮੀਏਬਲ, ਉਹਦੇ ਜਿਹੜੇ ਤਰੀਕੇ ਨੇ ਉਹ ਬੜੇ ਲਵੇਬਲ ਨੇ, ਪਿਆਰ ਕਰਨ ਦੇ ਯੋਗ ਨੇ। ਐਮੀਕੇਬਲ, ਦੇ ਵਾਂਟ ਐਨ ਐਮੀਕੇਬਲ ਸੈਟਲਮੈਂਟ ਆਫ ਦ ਡਿਸਪਿਊਟ, ਉਹ ਝਗੜੇ ਦੀ ਸ਼ਾਂਤਮਈ ਤਰੀਕੇ ਦੇ ਨਾਲ ਹੱਲ ਚਾਹੁੰਦੇ ਹਨ। ਨੰਬਰ 9 ਇਜ਼ ਅਫੈਕਟ ਐਂਡ ਇਫੈਕਟ।
ਅਫੈਕਟ ਇੱਕ ਵਰਬ ਹੁੰਦਾ ਹੈ, ਇਫੈਕਟ ਇੱਕ ਨਾਊਨ ਹੁੰਦਾ ਹੈ, ਔਰ ਮੀਨਿੰਗ ਦੋਵਾਂ ਦਾ ਇਹੋ ਹੀ ਹੈ, ਪ੍ਰਭਾਵ। ਦ ਅਨਹੋਲਸਮ ਫੂਡ ਅਫੈਕਟਡ ਹਰ ਹੈਲਥ ਐਡਵਰਸਲੀ, ਜਿਹੜਾ ਕਿ ਅਨਹੈਲਦੀ ਖਾਣਾ ਸੀ ਉਸਨੇ ਉਹਦੀ ਸਿਹਤ 'ਤੇ ਬਹੁਤ ਬੁਰਾ ਪ੍ਰਭਾਵ ਪਾਇਆ। ਬੈਡ ਇਫੈਕਟ ਆਫ ਲਿਕਰ ਵਾਜ਼ ਸੂਨ ਫੈਲਟ, ਸ਼ਰਾਬ ਦਾ ਬੁਰਾ ਪ੍ਰਭਾਵ ਜਲਦੀ ਹੀ ਮਹਿਸੂਸ ਹੋਣ ਲੱਗ ਪਿਆ। ਨੰਬਰ 10 ਆਰਟੀਜ਼ਨ ਐਂਡ ਆਰਟਿਸਟ। ਆਰਟੀਜ਼ਨ ਹੈ ਕਰਾਫਟਸਮੈਨ, ਕਾਰੀਗਰ, ਐਂਡ ਆਰਟਿਸਟ ਹੈ ਐਕਸਪਰਟ ਇਨ ਸਮ ਫਾਈਨ ਆਰਟ, ਜੋ ਫਾਈਨ ਆਰਟ ਦੇ ਵਿੱਚ ਐਕਸਪਰਟ ਹੋਵੇ। ਅ ਗੋਲਡਸਮਿਥ ਇਜ਼ ਐਨ ਆਰਟੀਜ਼ਨ, ਜਿਹੜਾ ਸੁਨਿਆਰਾ ਹੈ ਉਹ ਇੱਕ ਕਾਰੀਗਰ ਹੈ, ਆਰਟੀਜ਼ਨ ਹੈ। ਪੇਂਟਰ ਇਜ਼ ਐਨ ਆਰਟਿਸਟ, ਜਿਹੜਾ ਪੇਂਟ ਕਰਦਾ ਹੈ ਪੇਂਟਰ, ਉਹ ਇੱਕ ਆਰਟਿਸਟ ਆਪਾਂ ਨੂੰ ਕਹਿੰਦੇ ਆ ਕਲਾਕਾਰ, ਤੇ ਕਾਰੀਗਰ ਹੈ ਤੇ ਇੱਕ ਕਲਾਕਾਰ ਹੈ। ਨੰਬਰ 11 ਬੇਲ। ਬੇਲ ਸੇਮ ਪ੍ਰੋਨੰਸੀਏਸ਼ਨ ਹੈ, ਸਪੈਲਿੰਗ ਦਾ ਡਿਫਰੈਂਸ ਹੈ। ਪਹਿਲੇ ਵਾਲਾ ਬੇਲ ਹੈ ਸਿਕਿਉਰਿਟੀ, ਸਿਕਿਉਰਿਟੀ ਆਪਣੇ ਕੋਲ ਰੱਖਣੀ, ਕੁਝ ਪੈਸੇ ਰੱਖਣੇ। ਸ਼ੀ ਵਾਜ਼ ਰਿਲੀਜ਼ਡ ਔਨ ਬੇਲ, ਉਸ ਨੂੰ ਬੇਲ 'ਤੇ ਰਿਹਾ ਕੀਤਾ ਗਿਆ, ਮਤਲਬ ਕੁਝ ਪੈਸੇ ਰੱਖਣੇ ਪਏ ਅਤੇ ਫਿਰ ਉਹਨੂੰ ਰਿਹਾ ਕਰ ਦਿੱਤਾ। ਬੇਲ ਲਾਰਜ ਬੰਡਲ, ਵੱਡੇ ਸਾਰੇ ਬੰਡਲ ਨੂੰ ਕਹਿੰਦੇ ਨੇ ਬੇਲ। ਗੱਠਾ ਜਿਹਨੂੰ ਆਪਾਂ ਬੋਲਦੇ ਹਾਂ। ਸ਼ੀ ਸਟੋਲ 8 ਬੇਲਸ ਆਫ ਕਾਟਨ, ਉਸਨੇ ਰੂਈ ਦੇ 8 ਵੱਡੇ ਸਾਰੇ ਗੱਠੇ ਚੋਰੀ ਕੀਤੇ। ਨੰਬਰ 12 ਬੇਅਰ ਐਂਡ ਬੇਅਰ, ਸੇਮ ਪ੍ਰੋਨੰਸੀਏਸ਼ਨ, ਓਨਲੀ ਦ ਡਿਫਰੈਂਸ ਆਫ ਸਪੈਲਿੰਗ ਇਜ਼ ਦੇਅਰ। ਅਨਕਵਰਡ, ਪਹਿਲੇ ਵਾਲਾ ਦਾ ਅਨਕਵਰਡ ਮਤਲਬ ਢੱਕਿਆ ਨਾ ਹੋਣਾ। ਹੀ ਗੋਜ਼ ਆਊਟ ਫॉर ਵਾਕ ਵਿਦ ਹਿਜ਼ ਹੈਡ ਬੇਅਰ, ਉਹ ਆਪਣੇ ਸਿਰ ਨੂੰ ਢੱਕੇ ਬਗੈਰ ਹੀ ਸੈਰ ਕਰਨ ਚਲਾ ਗਿਆ। ਨੈਕਸਟ ਵਾਲਾ ਬੇਅਰ ਦਾ ਮਤਲਬ ਹੈ ਟੋਲਰੇਟ, ਬਰਦਾਸ਼ਤ ਕਰਨਾ। ਵਿਲ ਹੀ ਬੇਅਰ ਦਿਸ ਹੈਵੀ ਲਾਸ, ਕਿ ਇਸ ਵੱਡੇ ਸਾਰੇ ਨੁਕਸਾਨ ਨੂੰ ਉਹ ਬਰਦਾਸ਼ਤ ਕਰ ਪਾਏਗਾ। ਆਈ ਹੈਵ ਸੀਨ ਅ ਬੇਅਰ, ਹੁਣ ਇੱਥੇ ਇੱਕ ਜਾਨਵਰ ਨੂੰ ਵੀ ਆਪਾਂ ਕਹਿੰਦੇ ਹਾਂ ਬੇਅਰ, ਇੱਕ ਜੰਗਲੀ ਜਾਨਵਰ ਹੈ। ਨੰਬਰ 13 ਬੈਟਲ ਐਂਡ ਵਾਰ। ਬੈਟਲ ਵਨ ਅੰਗੇਜਮੈਂਟ, ਸੋ ਇੱਕ ਝਗੜਾ ਹੋਵੇ ਤਾਂ ਉਹਨੂੰ ਬੈਟਲ ਕਹਿੰਦੇ ਆ। ਅਗਰ ਸੀਰੀਜ਼ ਆਫ ਇੰਗੇਜਮੈਂਟਸ ਨੇ, ਲਗਾਤਾਰ ਲੜੀ ਦੇ ਵਿੱਚ ਲੜਾਈਆਂ ਹੋਈ ਜਾ ਰਹੀਆਂ ਨੇ, ਤਾਂ ਉਹ ਵਾਰ ਹੈ, ਉਹ ਵੱਡੇ ਲੈਵਲ 'ਤੇ ਹੋ ਗਈ। ਜਿਸ ਤਰ੍ਹਾਂ ਬੈਟਲਸ ਆਫ ਪਾਨੀਪਤ ਡਿਸਾਈਡਡ ਦ ਫੇਟ ਆਫ ਇੰਡੀਆ, ਪਾਨੀਪਤ ਦੀ ਲੜਾਈਆਂ ਨੇ ਇੰਡੀਆ ਦੀ ਕਿਸਮਤ ਨੂੰ ਡਿਸਾਈਡ ਕੀਤਾ। ਸੋ ਪਾਨੀਪਤ ਦੀ ਲੜਾਈਆਂ ਅਲੱਗ-ਅਲੱਗ ਸਮੇਂ 'ਚ ਹੋਈਆਂ ਨੇ, ਇੱਕੋ ਵਾਰ 'ਚ ਨਹੀਂ ਚੱਲੀਆਂ, 3 ਲੜਾਈਆਂ ਹੋਈਆਂ ਅਤੇ ਅਲੱਗ-ਅਲੱਗ ਸਮੇਂ 'ਚ ਹੋਈਆਂ। ਨੈਕਸਟ ਇਜ਼ ਵਾਰ, ਯੁੱਧ, तो ये सीरीज़ ऑफ लगातार चलदियां ने। द वॉर ऑफ महाभारत रूइंड द कंट्री, महाभारत दे वॉर ने देश नूं बर्बाद कर दिता। नंबर 14 इज़ बोर्न एंड बोर्न, सेम प्रोनंसीएशन, पहले वाला बॉर्न का मतलब है जन्म होना। जवाहरलाल नेहरू वॉज बॉर्न ऑन 14 नवंबर। तुसीं इत्थे अपनी बर्थ डेट भी लिख सकते हो, तुहाडे लई सेंटेंस याद करना ईजी रहेगा। नैक्सट इज़ बोर्न, टॉलरेटेड, बर्दाश्त किया, जिहदी एक थर्ड फॉर्म है बीयर, बोर, बोर्न। सो ये थर्ड फॉर्म हो गई है। शी हैज़ पेशेंटली बोर्न हर ट्रबल्स, उन्हें बड़ी पेशेंटली, बड़े हौसले दे नाल ਉਹਦੇ ਜਿਹੜੀਆਂ ਮੁਸ਼ਕਿਲਾਂ ਉਹ ਪੇਸ਼ ਕਰ ਰਹੀ ਸੀ ਉਹਨਾਂ ਨੂੰ ਬਰਦਾਸ਼ਤ ਕੀਤਾ। ਨੰਬਰ 15 ਬ੍ਰਾਈਡਲ ਐਂਡ ਬ੍ਰਿਡਲ। ਬ੍ਰਾਈਡਲ ਮਤਲਬ ਮੈਰਿਜ ਨਾਲ ਸੰਬੰਧਿਤ, ਬ੍ਰਿਡਲ ਮਤਲਬ ਕਿ ਘੋੜੇ ਦੀ ਲਗਾਮ। ਹਰ ਬ੍ਰਾਈਡਲ ਡਰੈਸ ਵਾਜ਼ ਬਿਊਟੀਫੁਲ, ਉਹਦੀ ਸ਼ਾਦੀ ਵਾਲੀ ਡਰੈਸ ਬੜੀ ਸੁੰਦਰ ਸੀ। ਬ੍ਰਿਡਲ, ਹੋਲਡ ਬ੍ਰਿਡਲ ਆਫ ਦ ਹਾਰਸ ਕੇਅਰਫੁਲੀ, ਘੋੜੇ ਦੀ ਜਿਹੜੀ ਲਗਾਮ ਹੈ ਉਹਨੂੰ ਬੜੇ ਧਿਆਨ ਦੇ ਨਾਲ ਫੜੋ। ਸੋ ਦੈਟਸ ਆਲ ਫॉर ਟੁਡੇਜ਼ ਅਸਾਈਨਮੈਂਟ। Thank you so much.